ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ 450ਵੇਂ ਇਸ ਵਚਨ ਦੇ ਵਿੱਚ ਮੈਂ ਆਪ ਸਭ ਦਾ ਸਵਾਗਤ ਕਰਦਾ ਹਾਂ। ਅਸੀਂ ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਸੱਚਮੁੱਚ ਰਾਜਿਆਂ ਦੇ ਰਾਜਾ ਹੋ, ਪ੍ਰਭੂਆਂ ਦੇ ਪ੍ਰਭੂ, ਨਿਤ ਪ੍ਰਤੀ ਦਿਨ ਸਾਨੂੰ ਆਪਣੀ ਮਹਿਮਾ ਵਿੱਚ ਲੈ ਕੇ ਜਾਣ ਵਾਲੇ ਪ੍ਰੇਮੀ ਪਰਮੇਸ਼ਰ ਹੋ। ਆਪ ਦੀ ਮਹਿਮਾ ਸਾਡੇ ਜੀਵਨ ਦੇ ਵਿੱਚ ਆਸ਼ੀਸ਼ ਦੀ ਹੈ, ਵਡਿਆਈ ਦੀ ਹੈ ਅਤੇ ਪ੍ਰਸ਼ੰਸਾ ਦੀ ਹੈ। ਪਰਮੇਸ਼ਰ, ਇਸ ਨੂੰ ਸਾਨੂੰ ਆਪ ਦੇ ਸਮਕਸ਼ ਆਉਣ ਦੇ ਲਈ ਔਰ ਆਪ ਦੇ ਵਚਨ ਨੂੰ ਜਾਣਨ ਦੇ ਲਈ ਸਾਡੀ ਮਦਦ ਕਰ, ਤਾਂ ਕਿ ਅਸੀਂ ਤੇਰੇ ਗੂੜ ਭੇਤਾਂ ਨੂੰ ਸਮਝਦੇ ਹੋਏ ਤੇਰੇ ਰਾਜ ਵਿੱਚ ਵਧਦੇ ਜਾਈਏ ਔਰ ਤੇਰੀ ਜਿਉਂਦੀ ਆਸ ਦੇ ਵਿੱਚ ਤੇਰੇ ਨਾਲ ਭਾਗੀਦਾਰ ਹੋ ਜਾਈਏ। ਅਜਿਹੇ ਹੋਣ ਦੇ ਲਈ ਮਦਦ ਕਰ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਅੱਜ ਦੇ ਵਚਨ ਨੂੰ ਔਰ ਬੋਲਣ ਵਾਲੇ ਨੂੰ, ਸੁਣਨ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਆਪਸੀਆਂ ਦੀ ਪੁਸਤਕ 5 ਅਧਿਆਏ ਉਸ ਦੀ 17 ਆਇਤ ਦੇ ਵਿੱਚੋਂ ਲਿਖਿਆ ਹੈ। ਇੱਥੇ ਲਿਖਿਆ ਹੈ, ਇਸ ਕਾਰਨ ਤੁਸੀਂ ਮੂਰਖ ਨਾ ਹੋਵੋ, ਸਗੋਂ ਸਮਝੋ ਭਾਈ ਪ੍ਰਭੂ ਦੀ ਇੱਛਾ ਕੀ ਹੈ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ ਉਹ ਸਬਜੈਕਟ ਹੈ ਪ੍ਰਭੂ ਦੀ ਇੱਛਾ ਨੂੰ ਜਾਣਨਾ। ਪ੍ਰਭੂ ਦੀ ਇੱਛਾ ਨੂੰ ਜਾਣਨਾ। ਔਰ ਇਸ ਵਿੱਚ ਮੈਂ ਕੁਝ ਖਾਸ ਗੱਲਾਂ ਆਪ ਦੇ ਨਾਲ ਦੱਸਾਂਗਾ। 2 ਗੱਲਾਂ ਇਸ ਵਿੱਚ ਹੋ ਰਹੀਆਂ ਨੇ। ਪਹਿਲੀ ਗੱਲ ਉਹ ਕਹਿ ਰਿਹਾ, ਇਸ ਕਾਰਨ ਤੁਸੀਂ ਮੂਰਖ ਨਾ ਬਣੋ। ਦੂਸਰੀ ਗੱਲ ਕਹਿ ਰਿਹਾ ਪ੍ਰਭੂ ਦੀ ਇੱਛਾ। ਇਹਦੇ ਵਿੱਚ 2 ਆਪਣਾ ਫੰਕਸ਼ਨ ਮੇਰੇ ਸਾਹਮਣੇ ਆਉਂਦੇ ਨੇ, 2 ਪਾਰਟ ਆਉਂਦੇ ਨੇ। ਨਿਰਬੁੱਧ ਜਿਹੜੇ ਮਨੁੱਖ ਨੇ ਉਹ ਪਰਮੇਸ਼ਰ ਦੇ ਇੱਛਾ ਨੂੰ ਨਹੀਂ ਸਮਝਦੇ, ਅਤੇ ਦੂਸਰਾ ਬੁੱਧਵਾਨ ਮਨੁੱਖ ਪਰਮੇਸ਼ਰ ਦੀ ਇੱਛਾ ਨੂੰ ਸਮਝਦਾ ਅਤੇ ਜਾਣ ਲੈਂਦਾ ਹੈ। ਔਰ ਸ਼ਬਦ ਸਮਝਣਾ ਦਾ ਅਰਥ ਹੈ ਫੜ ਲੈਣਾ। ਸ਼ਬਦ ਸਮਝਣ ਦਾ ਮਤਲਬ ਹੈ ਫੜ ਲੈਣਾ, ਮਤਲਬ ਕਿ ਜੋ ਗੱਲ ਆਪਣਾ ਆਖੀ ਜਾ ਰਹੀ ਉਸ ਨੂੰ ਫੜ ਲੈਣਾ। ਔਰ ਦੂਸਰਾ ਉਸ ਨੂੰ ਸਵੀਕਾਰ ਕਰ ਲੈਣਾ, ਕਬੂਲ ਕਰ ਲੈਣਾ। ਤੀਸਰਾ ਮਸਤਕ ਤੋਂ, ਦਿਮਾਗ ਤੋਂ ਦੇਖ ਲੈਣਾ। ਇਹ ਗੱਲਾਂ ਜਿਹੜੀਆਂ ਹੈ ਸਮਝਣ ਦੀ ਪਰਿਸਥਿਤੀ ਦੇ ਵਿੱਚ ਸਮਝ ਆਉਂਦੀਆਂ। ਪਹਿਲੀ ਗੱਲ ਫੜਨਾ, ਦੂਸਰੀ ਗੱਲ ਸਵੀਕਾਰ ਕਰ ਲੈਣਾ, ਭਾਵ ਕਬੂਲ ਕਰ ਲੈਣਾ। ਤੀਸਰੀ ਗੱਲ ਮਸਤਕ ਤੋਂ ਦੇਖ ਲੈਣਾ। ਜਿਹੜੇ ਲੋਕ ਬੁੱਧਵਾਨ ਹੈ, ਜਿਹੜੇ ਲੋਕ ਪਰਮੇਸ਼ਰ ਦੀ ਬੁੱਧੀ ਪਾਏ ਹੋਏ ਆ, ਉਹ ਲੋਕ ਪਰਮੇਸ਼ਰ ਦੀ ਗੱਲ ਨੂੰ ਫੜ ਲੈਂਦੇ ਆ, ਸਵੀਕਾਰ ਕਰ ਲੈਂਦੇ ਆ ਅਤੇ ਮਸਤਕ ਤੋਂ ਉਹਨੂੰ ਦੇਖ ਲੈਂਦੇ ਆ। ਜਿਹੜੇ ਇਸ ਚੀਜ਼ ਦੇ ਨਾਲ ਸਮਝਦੇ ਆ। ਔਰ ਇਹ ਬੁੱਧ ਕਿੱਥੋਂ ਹੈ, ਇਸ ਨੂੰ ਵੀ ਸਮਝਣਾ ਜ਼ਰੂਰੀ ਹੈ। ਬੁੱਧ ਉਦੋਂ ਆਉਂਦੀ ਹੈ ਜਦੋਂ ਮੈਂ ਮੁਕਤੀ ਨੂੰ ਪਾਉਂਦਾ ਹਾਂ, ਜਦੋਂ ਮੈਂ ਪਰਮੇਸ਼ਰ ਨੂੰ ਉਸ ਦੇ ਕੀਤੇ ਹੋਏ ਕਾਰਜ, ਉਸ ਦੇ ਪੁੱਤਰ ਦੇ ਰਾਹੀਂ ਸਵੀਕਾਰ ਕਰ ਲੈਂਦਾ ਹਾਂ ਦਿਲ ਤੋਂ। ਔਰ ਜਦੋਂ ਮੈਂ ਦਿਲ ਤੋਂ ਸਵੀਕਾਰ ਕਰਦਾ ਹਾਂ ਤਾਂ ਬੁੱਧ ਮੇਰੇ ਵਿੱਚ ਆਉਂਦੀ ਹੈ। ਔਰ ਮੂਰਖ ਇਸ ਨੂੰ ਨਹੀਂ ਸਮਝਦਾ। ਮੂਰਖ ਕੌਣ ਹੈ? ਜਿਸ ਦੇ ਕੋਲ ਬੁੱਧ ਨਹੀਂ ਹੈ। ਕਹਿਣ ਦਾ ਭਾਵ ਯਿਸੂ ਮਸੀਹ ਹੈ ਨਹੀਂ। ਬਾਈਬਲ ਦੇ ਵਿੱਚ ਪਰਮੇਸ਼ਰ ਦਾ ਦਾਸ ਯਾਕੂਬ ਇਸੇ ਕਰਕੇ ਕਹਿੰਦਾ ਹੈ ਕਿ ਜਿਹਨੂੰ ਬੁੱਧ ਦਾ ਘਾਟਾ ਹੋਵੇ ਉਹ ਪਰਮੇਸ਼ਰ ਕੋਲ ਮੰਗੇ, ਉਸ ਨੂੰ ਬਿਨਾਂ ਔਲਾਨਾ ਦੇਵੇਗਾ। ਮਤਲਬ ਇਹ ਹੈ ਕਿ ਪਰਮੇਸ਼ਰ ਨੇ ਮੈਨੂੰ ਪੁੱਤਰ ਦੇ ਦਿੱਤਾ ਹੈ ਕਿ ਮੈਂ ਉਹਨੂੰ ਫੜਿਆ ਹੈ। ਜੇ ਮੈਂ ਉਹਨੂੰ ਫੜਿਆ ਹੈ ਤਾਂ ਕੀ ਮੈਂ ਉਹਨੂੰ ਸਵੀਕਾਰ ਕਰ ਲਿਆ, ਉਹ ਮੇਰਾ ਮੁਕਤੀ ਦਾਤਾ ਹੈ। ਜੇ ਮੈਂ ਉਹਨੂੰ ਸਵੀਕਾਰ ਕਰ ਲਿਆ ਮੇਰਾ ਮੁਕਤੀ ਦਾਤਾ ਹੈ, ਤਾਂ ਮੈਂ ਉਹਨੂੰ ਵੇਖ ਵੀ ਰਿਹਾ ਹਾਂ ਕਿ ਜਿੱਥੇ ਉਹ ਹੈ ਉੱਥੇ ਮੈਂ ਵੀ ਜਾਵਾਂਗਾ। ਅੱਜ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਜਾਣਨ ਦੀ, ਆਪਣੇ ਵਿੱਚ ਸਮਝ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਇੱਛਾ ਸਾਡੇ ਵਿੱਚ ਆਉਂਦੀ ਕਿਉਂ ਨਹੀਂ? ਕਾਰਨ ਕੀ ਹੈ? ਉਹਦੇ ਪਹਿਲੇ ਪੜਾਵ ਦੇ ਵਿੱਚ ਅਸੀਂ ਦੇਖਦੇ ਹਾਂ, ਜੋ ਪਹਿਲਾ ਪੜਾਵ ਹੈ ਉਸ ਵਿੱਚ ਤੁਸੀਂ ਇਸੇ ਕਾਰਨ ਤੁਸੀਂ ਮੂਰਖ ਨਾ ਹੋਵੋ।
ਮੂਰਖ ਨਾ ਹੋਵੋ। ਇਸ ਨੂੰ ਜਾਣਨ ਦੇ ਲਈ ਮੈਨੂੰ ਪਹਿਲਾ ਵਚਨ ਅੱਗੇ ਪੜ੍ਹਨਾ ਪਏਗਾ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ, ਇਸ ਲਈ ਜੋ ਦਿਨ ਬੁਰੇ ਹੈ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ, ਇਸ ਲਈ ਜੋ ਦਿਨ ਬੁਰੇ ਹੈ। ਜਿਹੜਾ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਗਿਆ ਹੈ, ਉਹ ਸਮੇਂ ਦੀ ਇਸ ਬੁਰਾਈ ਨੂੰ ਅੱਛੀ ਤਰ੍ਹਾਂ ਨਾਲ ਸਮਝੇਗਾ। ਅਫੀਸੀਆਂ ਦੇ ਵਿੱਚ ਪੌਲਸ ਅਫਸੁਸ ਦੀ ਕਲੀਸਿਆ ਨੂੰ ਇਹ ਸਮਝਾ ਰਿਹਾ ਹੈ। ਕਾਰਨ ਇਸ ਸਮੇਂ ਬਹੁਤ ਸਾਰੇ ਲੋਕ ਬੁਰਾਈ ਦੇ ਨਾਲ, ਹਰ ਇੱਕ ਭਾਂਤ ਦੀ ਗੱਲ ਦੇ ਨਾਲ ਇਸ ਸਮੇਂ ਦਾ ਸਦਉਪਯੋਗ ਨਾ ਕਰਦੇ ਹੋਏ ਦੁਨੀਆ ਦੀ ਰੰਗ ਮੰਚ ਦੇ ਵਿੱਚ, ਰੰਗ ਰਲੀਆਂ ਦੇ ਵਿੱਚ ਇਸ ਪਰਮੇਸ਼ਰ ਦੀ ਮੁਕਤੀ ਦਾ ਉਪਹਾਸ ਉਡਾ ਰਹੇ ਆ, ਨਿੰਦਾ ਦਾ ਕਾਰਨ ਬਣ ਰਹੇ ਆ। ਕਾਰਨ ਬੁੱਧ ਹੈ ਨਹੀਂ, ਕਾਰਨ ਉਹ ਪਰਮੇਸ਼ਰ ਦੀ ਇੱਛਾ ਨੂੰ ਜਾਣਦੇ ਹੋਏ ਵੀ ਨਹੀਂ ਸਮਝ ਰਹੇ। ਜਾਣ ਲਿਆ ਹੈ ਕਿ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਆਇਆ, ਪਾਪੀਆਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ। ਹੁਣ ਉਹ ਮੇਰਾ ਮੁਕਤੀ ਦਾਤਾ ਹੈ। ਉਸ ਮੁਕਤੀ ਦੇ ਵਿੱਚ ਮੈਨੂੰ ਦਿਨ ਪ੍ਰਤੀ ਦਿਨ ਵਧਣਾ ਹੈ। ਕਿਸ ਗੱਲ ਦੇ ਲਈ ਵਧਣਾ ਹੈ? ਪ੍ਰਭੂ ਦੇ ਮਿਲਣ ਦੀ ਆਸ ਦੇ ਵਿੱਚ, ਪ੍ਰਭੂ ਯਿਸੂ ਮਸੀਹ ਦੇ ਮਿਲਣ ਦੀ ਆਸ ਵਿੱਚ। ਅਸੀਂ ਉਸ ਆਸ ਦੀ ਮਿਲਣ ਦੇ ਵਿੱਚ ਕਾਰਜ ਨਾ ਕਰਦੇ ਹੋਏ ਅਸੀਂ ਦੁਨੀਆਦਾਰੀ ਦੇ ਹੋਰ ਰੰਗ ਮੰਚ ਦੇ ਵਿੱਚ ਸ਼ਾਮਿਲ ਹੋ ਗਏ। ਕਾਰਨ ਲੋਕ ਹਜੇ ਤੱਕ ਸਮਝੇ ਨਹੀਂ, ਪ੍ਰਚਾਰਕ ਇਸ ਗੱਲ ਨੂੰ ਸਮਝੇ ਨਹੀਂ, ਜਿਹੜੇ ਪ੍ਰਭੂ ਦੇ ਬਾਣੀ ਨੂੰ ਪੜ੍ਹਦੇ ਨਹੀਂ, ਜਿਹੜੇ ਪ੍ਰਭੂ ਦੀ ਬਾਣੀ ਨੂੰ ਜਾਣਦੇ ਨਹੀਂ। ਬਸ ਉਹਨਾਂ ਦੇ ਜੀਵਨ ਦੇ ਵਿੱਚ ਇਹ ਹੈ ਕਿ ਮੈਂ ਮੁਕਤੀ ਪਾ ਲਈ ਹੈ, ਔਰ ਮੁਕਤੀ ਦਾ ਕਾਰਨ ਇਹ ਹੈ ਕਿ ਲੋਕਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਬਾਰੇ ਹਰਸ਼ ਉਲਾਸ ਜਿੱਦਾਂ ਦੁਨੀਆ ਕਰਦੀ ਅਸੀਂ ਵੀ ਕਰੀਏ। ਮੇਰੇ ਕੋਲ ਨਿਊਜ਼ਪੇਪਰ ਦੇ ਵਿੱਚ ਵੀ ਇੱਕ ਭਾਈ ਨੇ ਆਰਟੀਕਲ ਪਾਇਆ ਸੀ, ਔਰ ਮੈਂ ਪਿਛਲੇ ਕੱਲ ਵੀ ਦੱਸ ਚੁੱਕਾ, ਕਈਆਂ ਨੇ ਮੋਬਾਈਲ ਦੇ ਵਿੱਚ ਪਾਇਆ ਸੀ ਕਿ 25 ਤਰੀਕ ਨੂੰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਹੈ। ਉਸ ਦਾ ਅਸੀਂ ਸਤਸੰਗ ਰੱਖਿਆ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ। ਕਿਆ ਬਾਤ ਹੈ! ਲੇਕਿਨ ਕਰਨਾ ਕੀ ਹੈ ਉਸ ਦਿਨ? ਉਸ ਦਾ ਮਕਸਦ ਕੀ ਹੈ ਉਸ ਦੇ ਵਿੱਚ? ਮੈਂ ਆਪਣੇ ਅਸੈਂਬਲੀ ਦੇ ਵਿੱਚ, ਕਲੀਸਿਆ ਦੇ ਵਿੱਚ ਇੱਕ ਗੱਲ ਕਹੀ ਹੈ। ਅਸੀਂ ਉਸ ਦਿਨ ਖੁਸ਼ਖਬਰੀ ਦਾ ਇੱਕ ਟਾਈਮ ਰੱਖਣਾ ਜਿਹਨੂੰ ਕਹਿੰਦੇ ਆ ਗੋਸਪਲ ਮੀਟਿੰਗ। ਗੋਸਪਲ ਮੀਟਿੰਗ ਦਾ ਮਤਲਬ ਸੁਸਮਾਚਾਰ। ਇਹ ਬੁੱਧੀ ਦਾ ਕੰਮ ਹੈ, ਇਹ ਸਮਝ ਦਾ ਕੰਮ ਹੈ, ਇਹ ਫੜ ਲੈਣ ਦਾ ਕੰਮ ਹੈ, ਇਹ ਪ੍ਰਭੂ ਨੂੰ ਉਸ ਦੇ ਕਾਰਜ ਦੇ ਨਾਲ ਦੇਖ ਲੈਣ ਦਾ ਕੰਮ ਹੈ। ਮੈਂ ਕਿਹਾ ਜਿੰਨੇ ਵੀ ਤੁਸੀਂ ਵਿਸ਼ਵਾਸੀ ਹੋ, ਆਪਣੇ ਨਾਲ ਇੱਕ ਅਜਿਹਾ ਵਿਅਕਤੀ ਲੈ ਕੇ ਆਣਾ ਜਿਹੜਾ ਜਾਣਦਾ ਹੈ ਕਿ ਵੱਡਾ ਦਿਨ ਹੈ, ਜਿਹੜਾ ਜਾਣਦਾ ਹੈ ਕਿ ਕ੍ਰਿਸਮਸ ਹੈ, ਜਿਹੜਾ ਜਾਣਦਾ ਹੈ ਕਿ ਯਿਸੂ ਮਸੀਹ ਦਾ ਜਨਮ ਦਿਨ ਹੈ, ਜਿਹੜਾ ਜਾਣਦਾ ਹੈ ਵੱਡਾ ਦਿਨ ਹੈ, ਜਿਹੜਾ ਜਾਣਦਾ ਹੈ ਕਿ ਯਿਸੂ ਮਸੀਹ ਦਾ ਜਨਮ ਦਿਨ ਹੈ, ਜਿਹੜਾ ਜਾਣਦਾ ਹੈ ਕਿ ਇਸ ਦਿਨ ਕ੍ਰਿਸਮਸ ਹੈ, ਕ੍ਰਾਈਸਟਮਾਸ ਹੈ। 3 ਗੱਲਾਂ ਹੈ, ਔਰ ਇਹ 3 ਗੱਲਾਂ ਦਾ ਜਿਹੜਾ ਵਿਅਕਤੀ ਜਾਣਨਾ ਚਾਹੁੰਦਾ ਹੈ ਉਹਨੂੰ ਤੁਸੀਂ ਕਲੀਸਿਆ ਦੇ ਵਿੱਚ ਲੈ ਆਓ। ਅਸੀਂ ਉਸ ਦਿਨ ਪ੍ਰਭੂ ਦੇ ਆਉਣ ਦਾ ਮਹੱਤਵ ਕੀ ਹੈ, ਪ੍ਰਭੂ ਆਇਆ ਕਿਉਂ ਹੈ, ਪ੍ਰਭੂ ਨੇ ਸਾਡੇ ਲਈ ਕੀਤਾ ਕੀ ਹੈ, ਅਤੇ ਹੁਣ ਅਸੀਂ ਉਸ ਪ੍ਰਭੂ ਦੇ ਲਈ ਕੀ ਕਰਨਾ ਹੈ, ਅਤੇ ਉਸ ਪ੍ਰਭੂ ਦੇ ਵਿੱਚ ਮੈਂ ਕੀ ਹਾਂ, ਅਤੇ ਆਉਣ ਵਾਲੇ ਦੇ ਸਮੇਂ ਦੇ ਵਿੱਚ ਉਹ ਪ੍ਰਭੂ ਮੈਨੂੰ ਕੀ ਦੇਣ ਜਾ ਰਿਹਾ। ਇਹ ਗੱਲਾਂ ਅਸੀਂ ਉਹਨਾਂ ਨੂੰ ਦੱਸਾਂਗੇ ਤਾਂ ਕਿ ਜੇ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਦਾ ਬਚਾਵ ਹੈ ਤਾਂ ਉਹ ਇਸ ਮੁਕਤੀ ਨੂੰ ਫੜ ਲੈਣਗੇ। ਦੂਸਰਾ, ਫੜਨਗੇ ਨਹੀਂ, ਸਵੀਕਾਰ ਕਰ ਲੈਣਗੇ। ਤੀਸਰਾ, ਉਹ ਉਸ ਜਿਉਂਦੀ ਆਸ ਨੂੰ ਜੋ ਪ੍ਰਭੂ ਨੇ ਮੇਰੇ ਵਿੱਚ ਸਵਰਗ ਦੀ ਰੱਖੀ ਹੈ, ਉਹ ਉਸ ਵਿੱਚ ਸ਼ਾਮਿਲ ਹੋ ਜਾਣਗੇ। ਜੇ ਅਸੀਂ ਬੁੱਧ ਦਾ ਇਹ ਕੰਮ ਨਹੀਂ ਕਰ ਰਹੇ ਹਾਂ ਇਸ ਦਿਨਾਂ ਦੇ ਵਿੱਚ, ਤਾਂ ਪਿਆਰੋ ਅਸੀਂ ਮੂਰਖ ਹਾਂ। ਜਿੱਦਾਂ ਇੱਥੇ ਲਿਖਿਆ, ਤੁਸੀਂ ਮੂਰਖ ਨਾ ਹੋਵੋ।
ਅਸੀਂ ਸਮਝ ਦੇ ਨਾਲ ਚੱਲਣਾ ਹੈ, ਸਮੇਂ ਦਾ ਸਹੀ ਸਦਉਪਯੋਗ ਕਰਨਾ ਹੈ, ਸਹੀ ਤਰੀਕੇ ਦੇ ਨਾਲ ਜੋ ਪ੍ਰਭੂ ਨੇ ਮੈਨੂੰ ਅਤੇ ਆਪ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਹਰ ਪਲ ਦੇ ਵਿੱਚ, ਹਰ ਇੱਕ ਗੱਲ ਦੇ ਵਿੱਚ ਪ੍ਰਭੂ ਦੀ ਖੁਸ਼ਖਬਰੀ ਨੂੰ ਪ੍ਰਗਟ ਕਰਨਾ ਹੈ। ਪੌਲੁਸ ਆਪਣੇ ਜੀਵਨ ਦੇ ਵਿੱਚ ਕਹਿੰਦਾ ਹੈ, ਮੈਂ ਤਾਂ ਉਹ ਸਮਾਂ ਖੋਜਦਾ ਰਹਿੰਦਾ ਹਾਂ, ਮੈਂ ਉਹ ਪਲ ਵਿੱਚ ਆਪਣਾ ਲੱਗਾ ਰਹਿੰਦਾ ਕਿ ਮੇਰੇ ਮੁਖ ਦੇ ਵਿੱਚੋਂ ਹਰ ਸਮੇਂ ਖੁਸ਼ਖਬਰੀ ਦਾ ਹੀ ਕਾਰਜ ਪ੍ਰਗਟ ਹੋਵੇ। ਮੇਰੀ ਖੋਜ ਇਹ ਹੈ ਤਾਂ ਕਿ ਲੋਕ ਇਸ ਗੱਲ ਨੂੰ ਸਮਝ ਲੈਣ ਕਿ ਪਰਮੇਸ਼ਵਰ ਦੀ ਮੁਕਤੀ ਦਾ ਮਤਲਬ ਹੈ ਕਿ ਸਮਸਤ ਸੰਸਾਰ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਮਨੁੱਖ ਜਾਤੀ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਾ ਰਹੇ ਜਿਸ ਨੇ ਇਸ ਮੁਕਤੀ ਦੀ ਖਬਰ ਨੂੰ ਨਾ ਸੁਣਿਆ। ਜਦੋਂ ਮੈਂ ਪ੍ਰਭੂ ਦੇ ਵਿੱਚ ਵਿਸ਼ਵਾਸ ਦੇ ਵਿੱਚ ਆਇਆ ਸੀ ਤਾਂ ਸਾਡੇ ਨੰਗਲ ਸ਼ਹਿਰ ਦੇ ਨਾਲ ਪਿੱਛੇ ਪਹਾੜ, ਮਤਲਬ ਕਿ ਹਿਮਾਚਲ 6 ਕਿਲੋਮੀਟਰ ਬਾਰਡਰ ਤੇ ਸਟਾਰਟ ਹੋ ਜਾਂਦਾ ਸੀ, ਔਰ ਮੈਂ ਆਪਣੇ ਉਸ ਖੇਤਰ ਦੇ ਵਿੱਚੋਂ ਪਹਾੜ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਨਿਕਲ ਗਿਆ। ਔਰ ਮੈਂ ਪਹਾੜੀਆਂ 2 ਟੱਪ ਕੇ ਤੀਸਰੀ ਪਹਾੜੀ ਦੇ ਵਿੱਚ ਥੱਲੇ ਨੂੰ ਉਤਰ ਰਿਹਾ ਸੀ, ਥੱਲੇ ਨੂੰ। ਔਰ ਉਹ ਜਿਹੜਾ ਰਸਤਾ ਵੀ ਥੱਲੇ ਨੂੰ ਉਤਰਦਾ ਸੀ, ਸਕਰਾ ਮਾਰਗ ਸੀ। ਉਹ ਮੇਰੇ ਨਾਲ ਜਿਹੜੇ ਭਾਈ ਬਜ਼ੁਰਗ ਨਾਲ ਗਏ ਸੀ ਕਲੀਸਿਆ ਦੇ, ਉਹਨਾਂ ਦੇ ਜੁੱਤੇ ਵੀ ਫਟ ਗਏ ਤੇ ਉਹਨਾਂ ਨੇ ਕਿਹਾ, ਭਾਈ ਇੱਥੇ ਨਹੀਂ ਜਾਣਾ ਹੈਗਾ, ਇਹ ਰਸਤਾ ਆਪਣਾ ਠੀਕ ਨਹੀਂ ਹੈਗਾ, ਤੁਸੀਂ ਆਪਣਾ ਇਸ ਰਸਤੇ ਦੇ ਵਿੱਚ ਨਾ ਜਾਓ। ਮੈਂ ਕਿਹਾ ਨਹੀਂ ਜਾਣਾ, ਹੋ ਸਕਦਾ ਉੱਥੇ ਇੱਕ ਅੱਧਾ ਵਿਅਕਤੀ ਹੋਵੇ ਤਾਂ ਉਹ ਮੁਕਤੀ ਤੋਂ ਰਹਿ ਜਾਵੇ, ਤਾਂ ਫਿਰ ਉਹਦਾ ਸਾਡੇ ਕੋਲ ਪ੍ਰਭੂ ਲੇਖਾ ਲਏਗਾ। ਮੈਂ ਹੌਲੀ ਹੌਲੀ ਥੱਲੇ, ਉਹ ਵਿਚਾਰਾ ਜਿਹੜਾ ਬਜ਼ੁਰਗ ਉਹਨੂੰ ਫੜ ਕੇ ਥੱਲੇ ਜਾ ਰਿਹਾ। ਔਰ ਜਦੋਂ ਮੈਂ ਥੱਲੇ ਪਹੁੰਚਿਆ, ਇੱਕ ਬਜ਼ੁਰਗ ਉੱਥੇ ਬੈਠਾ ਹੋਇਆ ਸੀਗਾ ਮੰਜੀ ਤੇ ਉਸ ਦੇ ਨਾਲ ਮੈਂ ਇੱਕ ਗੱਲ ਕੀਤੀ। ਮੈਂ ਕਿਹਾ ਉਹਨੂੰ, ਬਜ਼ੁਰਗੋ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਨੂੰ ਸੁਣਿਆ ਹੈ? ਉਹ ਕਹਿੰਦਾ, ਇਹ ਕਿਹੜਾ ਨਾਮ ਹੈ? ਮੈਨੂੰ ਤਾਂ ਇਸ ਨਾਮ ਦੇ ਬਾਰੇ ਕੋਈ ਪਤਾ ਨਹੀਂ, ਮੈਂ ਤਾਂ ਇੱਕ ਮਾਤਾ ਨੂੰ ਜਾਣਦਾ, ਬਾਕੀ ਕਿਸੇ ਨੂੰ ਨਹੀਂ ਜਾਣਦਾ। ਮੈਂ ਕਿਹਾ, ਇਹ ਯਿਸੂ ਮਸੀਹ ਉਹ ਹੈ ਜਿਹਨੇ ਤੁਹਾਨੂੰ ਬਣਾਇਆ ਹੈ, ਜਿਹਨੇ ਜ਼ਮੀਨ ਆਸਮਾਨ, ਇਹ ਪੇੜ ਪੌਦੇ ਬਣਾਏ ਹੈ ਅਤੇ ਆਕਾਸ਼ ਚੰਨ ਬਣਾਏ ਹੈ। ਉਹ ਪ੍ਰਭੂ, ਕਹਿੰਦਾ ਉਹ ਪ੍ਰਭੂ ਜਿਹਨੇ ਸਭ ਕੁਝ ਅਤੇ ਮੈਨੂੰ ਬਣਾਇਆ। ਕਹਿੰਦਾ ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ, ਜ਼ਰੂਰ ਜਾਣਨਾ ਚਾਹੁੰਦਾ। ਔਰ ਉਹਨੂੰ ਉੱਥੇ ਮੈਨੂੰ ਖੁਸ਼ਖਬਰੀ ਸੁਣਾਉਣ ਦਾ ਮੌਕਾ ਮਿਲਿਆ, ਔਰ ਮੇਰੇ ਨਾਲ ਉਹ ਭਾਈ ਵੀ ਪਹੁੰਚ ਗਿਆ, ਸਿਆਣਾ ਬੰਦਾ, ਬਜ਼ੁਰਗ, ਤੇ ਉਹਨੇ ਵੀ ਆਪਣਾ ਉਸ ਖੁਸ਼ਖਬਰੀ ਨੂੰ ਸੁਣਾਇਆ। ਤੇ ਉਸ ਬਜ਼ੁਰਗ ਨੇ ਉਸ ਸਮੇਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਮੰਨ ਲਿਆ। ਤਦ ਮੇਰੇ ਨਾਲ ਜਿਹੜਾ ਬਜ਼ੁਰਗ ਸੀ ਕਹਿੰਦਾ, ਅੱਜ ਮੈਂ ਇੱਕ ਗੱਲ ਜਾਣ ਲਈ ਹੈ ਕਿ ਸਾਨੂੰ ਕੋਈ ਥਾਂ ਛੱਡਣੀ ਨਹੀਂ ਚਾਹੀਦੀ ਹੈ। ਸੱਚਮੁੱਚ ਤੁਸੀਂ ਬੁੱਧ ਦੇ ਨਾਲ ਕੰਮ ਕੀਤਾ ਔਰ ਥੱਲੇ ਜਾਣ ਦਾ ਆਪਣਾ ਯਤਨ ਕੀਤਾ। ਇੱਥੇ ਇੱਕ ਆਤਮਾ ਇੱਥੇ ਬੈਠੀ ਬਚ ਗਈ, ਔਰ ਅਸੀਂ ਉੱਥੋਂ ਸੁਣਾ ਕੇ ਸਮਾਚਾਰ ਚਲੇ ਗਏ ਹਾਂ। ਦੂਸਰੇ ਦਿਨ ਅਸੀਂ ਫਿਰ ਉਸ ਭਾਈ ਕੋਲ ਆਉਣਾ ਸੀ, ਬਜ਼ੁਰਗ ਕੋਲ ਆਉਣਾ ਸੀ, ਤੇ ਮੈਨੂੰ ਕਲੀਸਿਆ ਦੇ ਭਾਈਆਂ ਨੇ ਕਿਹਾ ਕਿ ਤੂੰ ਜਾਣਾ, ਹੁਣ ਸਾਡੇ ਕੋਲੋਂ ਇੰਨੀ ਹਿੰਮਤ ਨਹੀਂ ਜਾਣ ਦੀ। ਮੈਂ ਜਦੋਂ ਦੂਸਰੇ ਦਿਨ ਗਿਆ ਤਾਂ ਉਹ ਬਜ਼ੁਰਗ ਇਸ ਦੁਨੀਆ ਤੋਂ ਚਲਾਣਾ ਕਰ ਗਿਆ ਸੀ, ਪਰ ਮੈਨੂੰ ਖੁਸ਼ੀ ਹੋਈ ਕਿ ਉਹਨੇ ਮੁਕਤੀ ਨੂੰ ਪ੍ਰਾਪਤ ਕਰ ਲਿਆ ਸੀ। ਕੀ ਹੈ? ਉਹਨੇ ਫੜ ਲਿਆ ਸੀ, ਕਬੂਲ ਕਰ ਲਿਆ ਸੀ ਅਤੇ ਉਸ ਮੁਕਤੀ ਦੇ ਜਿਉਂਦੀ ਆਸ ਨੂੰ ਦੇਖ ਲਿਆ ਸੀ ਜਿੱਥੇ ਉਸਨੇ ਜਾਣਾ ਸੀ। ਪਿਆਰੋ, ਇਹੋ ਗੱਲ ਇੱਥੇ ਪ੍ਰਭੂ ਦੀ ਇੱਛਾ ਕੀ ਹੈ? ਪ੍ਰਭੂ ਦੀ ਇੱਛਾ ਨੂੰ ਜਾਣਨਾ ਜੋ ਪ੍ਰਭੂ ਦੀ ਇੱਛਾ ਹੈ ਕਿ ਹਰ ਇੱਕ ਮਨੁੱਖ ਬਚਾਇਆ ਜਾਵੇ, ਕੋਈ ਵੀ ਨਾਸ਼ ਨਾ ਹੋਵੇ। ਪਰਮੇਸ਼ਰ ਦੀ ਮੁਕਤੀ ਹਰ ਇੱਕ ਮਨੁੱਖ ਦੇ ਲਈ ਹੈ, ਚਾਹੇ ਉਹ ਕਾਣਾ ਹੈ, ਚਾਹੇ ਉਹ ਲੰਗੜਾ ਹੈ, ਚਾਹੇ ਉਹ ਕੋੜੀ ਹੈ, ਚਾਹੇ ਕਿਸੇ ਵੀ ਵਰਗ ਦਾ, ਚਾਹੇ ਕਾਲਾ ਹੈ, ਚਾਹੇ ਗੋਰਾ ਹੈ।
ਸਭ ਦੇ ਲਈ ਪਰਮੇਸ਼ਵਰ ਦੀ ਯੋਜਨਾ ਇਹ ਹੈ, ਪਰਮੇਸ਼ਵਰ ਦੀ ਇੱਛਾ ਇਹ ਹੈ ਕਿ ਉਹ ਪਾਪ ਤੋਂ ਬਚਾਏ ਜਾਣ। ਕੀ ਤੁਸੀਂ ਇਸ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਸਮਝ ਲਿਆ ਹੈ? ਕੀ ਤੁਸੀਂ ਇਸ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਜਾਣ ਲਿਆ ਹੈ ਕਿ ਪਰਮੇਸ਼ਵਰ ਨੇ ਇਹ ਕੰਮ ਕਿਹਾ ਹੈ? ਮੈਂ ਤਾਂ ਇਸ ਗੱਲ ਨੂੰ ਸਮਝ ਲਿਆ। ਕਹਿੰਦਾ ਜਿਵੇਂ ਅਸੀਂ ਪਹਿਲੀ ਆਇਤ ਦੇ ਵਿੱਚ ਦੱਸਿਆ ਗਿਆ ਸੀ ਕਿ ਦਿਨ ਹਰ ਪ੍ਰਕਾਰ ਦੀ ਬੁਰਾਈ ਨਾਲ ਭਰਿਆ ਹੋਇਆ ਹੈ, ਲੇਕਿਨ ਇਸ ਬੁਰਾਈ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਮੁਕਤੀ ਨੂੰ ਲੈ ਕੇ ਨਿਕਲਣਾ ਹੈ ਕਿ ਉਹ ਬਚਾਏ ਜਾਣ। ਔਰ ਵਿਸ਼ਵਾਸੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੁਰਾਈ ਉੱਤੇ ਜਿੱਤ ਪਾਉਣ ਦੇ ਲਈ ਪਰਮੇਸ਼ਵਰ ਦੀ ਇੱਛਾ ਕੀ ਹੈ। ਬੁਰਾਈ ਦੇ ਉੱਤੇ ਜਿੱਤ ਪਾਉਣ ਦੇ ਲਈ ਪਰਮੇਸ਼ਵਰ ਦੀ ਇੱਛਾ ਕੀ ਹੈ। ਜੇ ਉਹ ਨਹੀਂ ਸਮਝਦਾ ਤਾਂ ਉਹ ਮੂਰਖ ਹੈ ਅਤੇ ਨਿਰਬੁੱਧ ਦੀ ਤਰ੍ਹਾਂ ਕੰਮ ਕਰਦਾ ਹੈ। ਮਨੁੱਖ ਕਿਵੇਂ ਜਾਣ ਸਕਦਾ ਹੈ ਕਿ ਪਰਮੇਸ਼ਵਰ ਦੀ ਇੱਛਾ ਕੀ ਹੈ? ਹੁਣ ਇਸ ਗੱਲ ਨੂੰ ਸਮਝਣਾ, ਧਿਆਨ ਨਾਲ ਨੋਟ ਕਰ ਲੈਣਾ। ਪਰਮੇਸ਼ਵਰ ਦੇ ਵਚਨ ਤੋਂ ਇੰਨਾ ਜ਼ਿਆਦਾ ਜਾਣਦੇ ਹਾਂ ਕਿ ਉਸ ਨੂੰ ਹਰ ਪਰਿਸਥਿਤੀ ਵਿੱਚ ਆਪਣੇ ਉੱਤੇ ਲਾਗੂ ਕੀਤਾ ਜਾ ਸਕਦਾ ਹੈ, ਜੋ ਹਰ ਦਿਨ ਦਾ ਸਾਹਮਣਾ ਕਰਦਾ ਹੈ। ਪਹਿਲੀ ਗੱਲ, ਅਸੀਂ ਯਹੋਨਾ 8 ਦਾ 31-32 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ ਕਿ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਸਮਝਣਾ ਹੈ। ਜਿਹੜਾ ਵਿਸ਼ਵਾਸੀ ਹੈ ਉਸ ਨੂੰ ਇਸ ਗੱਲ ਨੂੰ ਜਾਣਨਾ ਹੈ। ਯਹੋਨਾ ਦੀ ਅੰਜੀਲ 8 ਅਧਿਆਏ ਉਸ ਦੀ 31 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਕਹਿੰਦਾ ਹੈ ਤਾਂ ਯਸੂ ਨੇ ਯਹੂਦੀਆਂ ਨੂੰ ਜਿਨ੍ਹਾਂ ਉਸ ਦੀ ਪ੍ਰਤੀਤ ਕੀਤੀ ਆਖਿਆ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ ਤਾਂ ਤੁਸੀਂ ਠੀਕ ਮੇਰੇ ਚੇਲੇ ਹੋ, ਔਰ ਸੱਚਾਈ ਨੂੰ ਜਾਣੋਗੇ ਤਾਂ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਸੱਚਾਈ ਕੀ ਹੈ? ਪਰਮੇਸ਼ਵਰ ਦਾ ਪਵਿੱਤਰ ਵਚਨ। ਔਰ ਪਵਿੱਤਰ ਵਚਨ ਕੀ ਹੈ? ਸਵੈਂ ਪ੍ਰਭੂ ਯਿਸੂ ਮਸੀਹ। ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣ ਲਿਆ, ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਸਮਝ ਲਿਆ, ਜੇ ਪ੍ਰਭੂ ਯਿਸੂ ਮਸੀਹ ਦੇ ਤੁਸੀਂ ਵਚਨ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ, ਤਾਂ ਸੱਚਮੁੱਚ ਤੁਸੀਂ ਪਰਮੇਸ਼ਵਰ ਦੀ ਬੁੱਧ ਪਾਏ ਹੋਏ ਅਤੇ ਉਸ ਦੀ ਇੱਛਾ ਨੂੰ ਜਾਣਨ ਵਾਲੇ ਵਿਸ਼ਵਾਸੀ ਹੋ। ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਮਝਿਆ ਨਹੀਂ, ਜਿਨ੍ਹਾਂ ਨੇ ਯਿਸੂ ਮਸੀਹ ਦੇ ਆਉਣ ਦੇ ਬਾਰੇ ਜਾਣਿਆ ਨਹੀਂ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਲਈ ਕੀ ਕੀਤਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਖੋਜ ਨਹੀਂ ਕੀਤੀ, ਉਹ ਨਿਰਬੁੱਧ ਅਤੇ ਮੂਰਖ ਵਿਸ਼ਵਾਸੀ ਹੈ। ਬਾਈਬਲ ਸਾਫ਼ ਰੀਤੀ ਨਾਲ ਇਸ ਗੱਲ ਨੂੰ ਦੱਸਦੀ ਹੈ। ਔਰ ਪਵਿੱਤਰ ਆਤਮਾ ਇਸ ਗੱਲ ਦੇ ਲਈ ਸਾਡੀ ਅਗਵਾਈ ਕਰਦਾ ਹੈ ਕਿ ਇਸ ਗੱਲ ਨੂੰ ਸੱਚਾਈ ਜਾਣਨ ਦੇ ਲਈ। ਉਹ ਕੀ ਕਹਿੰਦਾ ਹੈ? ਮੈਂ ਇਸ ਨੂੰ ਵੀ ਜ਼ਬੂਰ 143 ਦਾ 10 ਵਿੱਚ ਇਸ ਤਰ੍ਹਾਂ ਲਿਖਿਆ ਹੈ। ਪ੍ਰਭੂ ਨੂੰ ਮੈਂ ਆਪ ਦੇ ਲਈ ਇਸ ਗੱਲ ਨੂੰ ਪੜ੍ਹ ਹੀ ਦਿੰਦਾ ਹਾਂ ਕਿ ਸੱਚਾਈ ਜਿਹੜੀ ਹੈ ਸਾਡੇ ਵਿੱਚ 143 ਦਾ 10 ਇੱਥੇ ਲਿਖਿਆ ਹੋਇਆ ਹੈ, ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਾ, ਤੂੰ ਤਾਂ ਮੇਰਾ ਪਰਮੇਸ਼ਵਰ ਹੈ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ਼ ਵਿੱਚ ਮੇਰੀ ਅਗਵਾਈ ਕਰੇ। ਮੇਰੀ ਅਗਵਾਈ ਕਰੇ, ਇਹਦਾ ਮਤਲਬ ਹੈ ਪਵਿੱਤਰ ਆਤਮਾ ਮੇਰੀ ਅਗਵਾਈ ਕਰਨ ਵਾਸਤੇ ਹੈ। ਜਦੋਂ ਮੈਂ ਯਹੋਨਾ ਦੀ ਅੰਜੀਲ ਉਸ ਦਾ 16 ਦਾ 13 ਪੜ੍ਹਦਾ ਹਾਂ ਤਾਂ ਕੀ ਕਹਿੰਦਾ? ਸੱਚ ਦਾ ਆਤਮਾ ਆਵੇਗਾ ਤਾਂ ਉਹ ਸੱਚ ਦੇ ਨਾਲ ਮੇਰੀ ਅਗਵਾਈ ਕਰੇਗਾ, ਹੋਣ ਵਾਲੀਆਂ ਗੱਲਾਂ ਨੂੰ ਮੇਰੇ ਜਾਣਨ ਦੇ ਲਈ ਮੇਰੀ ਸਹਾਇਤਾ ਕਰੇਗਾ। ਸੱਚ ਦਾ ਆਤਮਾ ਆਏਗਾ, ਇਹਦਾ ਮਤਲਬ ਸੱਚ ਦਾ ਆਤਮਾ ਪਰਮੇਸ਼ਵਰ ਦਾ ਪਵਿੱਤਰ ਵਚਨ ਹੈ। ਕੀ ਤੁਸੀਂ ਰੋਜ਼ ਵਿਸ਼ਵਾਸੀ ਹੋ ਤਾਂ ਪਰਮੇਸ਼ਵਰ ਦਾ ਵਚਨ ਪੜ੍ਹਦੇ ਹੋ? ਜੇ ਪਵਿੱਤਰ ਵਚਨ ਨੂੰ ਸਵੇਰੇ ਮਾਰਨਿੰਗ ਟਾਈਮ ਉੱਠਦੇ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਨਾਲ ਬੈਠੋ, ਉਸ ਦੇ ਨਾਲ ਇਕਾਂਤ ਦੇ ਵਿੱਚ ਇੱਕ ਛੋਟਾ ਜਿਹਾ ਚਾਹੇ 4 ਆਇਤਾਂ ਫੜ ਲਓ, ਉਸ ਦੇ ਵਿੱਚ ਕਹੋ, ਪ੍ਰਭੂ ਮੈਨੂੰ ਇਸ ਦੇ ਵਿੱਚ ਦੱਸ ਤੇਰੀ ਮੇਰੇ ਜੀਵਨ ਦੇ ਵਿੱਚ ਕੀ ਇੱਛਾ ਹੈ, ਤੂੰ ਅੱਜ ਦੇ ਦਿਨ ਵਿੱਚ ਮੇਰੇ ਜੀਵਨ 'ਚ ਕੀ ਚਾਹੁੰਦਾ, ਮੈਨੂੰ ਦੱਸ ਤੇਰਾ ਵਚਨ ਮੇਰੇ ਜੀਵਨ ਦੇ ਵਿੱਚ ਕੀ ਕਰਨ ਨੂੰ ਕਹਿੰਦਾ ਹੈ। ਪਰਮੇਸ਼ਵਰ ਦਾ ਵਚਨ, ਸੱਤ ਦਾ ਵਚਨ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਨੂੰ ਪ੍ਰਗਟ ਕਰੇਗਾ ਯਕੀਨਨ। ਔਰ ਇਸ ਦੇ ਲਈ ਪ੍ਰਾਰਥਨਾ ਕਰਕੇ ਉਸ ਨੂੰ ਪੜ੍ਹੋ। ਜੇ ਨਹੀਂ ਸਮਝ ਆਉਂਦਾ 5 ਵਾਰ ਪੜ੍ਹੋ, 10 ਵਾਰ ਪੜ੍ਹੋ, ਪਰਮੇਸ਼ਵਰ ਤੋਂ ਪੁੱਛੋ,
ਉਹ ਤੁਹਾਨੂੰ ਗੱਲ ਸਮਝਣ ਦੇ ਲਈ, ਤੁਹਾਨੂੰ ਜਾਣਨ ਦੇ ਲਈ ਤੁਹਾਡੀ ਮਦਦ ਕਰੇਗਾ। ਇਹੋ ਇੱਥੇ ਪਰਮੇਸ਼ਵਰ ਦਾ ਦਾਸ ਪਾਲ ਅਤੇ ਦਾਊਦ ਇਸ ਗੱਲ ਨੂੰ ਕਹਿੰਦਾ ਹੈ। ਮੈਂ ਇੱਕ ਉਦਾਹਰਣ ਆਪ ਦੇ ਅੱਗੇ ਦੱਸਦਾ ਹਾਂ। ਕੀ ਤੁਸੀਂ ਹਰ ਦਿਨ ਬਿਨਾਂ ਪਰਮੇਸ਼ਵਰ ਦੀ ਇੱਛਾ ਜਾਣੇ ਬਗੈਰ ਨਿਰਣੇ ਲੈਂਦੇ ਹੋ? ਮੈਂ ਤਾਂ ਨਹੀਂ ਇਸ ਤਰ੍ਹਾਂ ਮੈਂ ਕਰਦਾ। ਮੈਂ ਜਦੋਂ ਵੀ ਕੋਈ ਨਿਰਣਾ ਲੈਣਾ ਹੈ ਤਾਂ ਮੈਂ ਪਰਮੇਸ਼ਰ ਦੇ ਵਚਨ ਕੋਲ ਜਾਣਾ ਅਤੇ ਪਰਮੇਸ਼ਰ ਮੈਨੂੰ ਦੱਸਦਾ ਹੈ ਮੈਂ ਕਰਾਂ। ਚਾਹੇ ਉਸ ਦੇ ਲਈ ਮੈਨੂੰ 1 ਦਿਨ ਠਹਿਰਨਾ ਪਵੇ, ਚਾਹੇ 2 ਦਿਨ ਠਹਿਰਨਾ ਪਵੇ, ਚਾਹੇ 15 ਦਿਨ ਠਹਿਰਨਾ ਪਵੇ, ਚਾਹੇ ਮਹੀਨਾ ਠਹਿਰਨਾ ਪਵੇ, ਚਾਹੇ ਸਾਲ ਠਹਿਰਨਾ ਪਵੇ। ਮੈਂ ਪਰਮੇਸ਼ਰ ਦੀ ਇੱਛਾ ਤੋਂ ਬਗੈਰ ਉਹ ਕਾਰਜ ਨਹੀਂ ਕਰਦਾ। ਪਰਮੇਸ਼ਰ ਮੈਨੂੰ ਦੱਸਦਾ ਹੈ, ਪਰਮੇਸ਼ਰ ਉਸ ਦੇ ਲਈ ਮੇਰੀ ਅਗਵਾਈ ਕਰਦਾ ਹੈ। ਇਟਲੀ ਦੇ ਵਿੱਚ ਇੱਕ ਬਾਦਸ਼ਾਹ ਉੱਤੇ ਸਕਰੀ ਸੁਰੰਗ ਚਟਾਨਾਂ ਵਿੱਚ ਘਿਰੀ ਹੋਈ ਸੀ, ਪਾਰ ਕਰ ਪਹੁੰਚ ਸਕਦੇ ਸੀ ਤਾਂ ਉਹ ਬੜੀ ਖਤਰਨਾਕ ਵੀ ਸੀ। ਬਹੁਤ ਸਾਲਾਂ ਤੋਂ ਬਹੁਤ ਜਹਾਜ਼ ਟੁੱਟ ਗਏ ਅਤੇ ਸਮੁੰਦਰੀ ਜਹਾਜ਼ ਉਸ ਵਿੱਚ ਗੁਆਚ ਗਏ। ਜਹਾਜ਼ਾਂ ਦੀ ਸਲਾਮਤੀ ਉਸ ਜਗ੍ਹਾ ਦੇ ਉੱਤੇ ਮਿਲਦੀ ਨਹੀਂ ਸੀ। 3 ਖੰਭਿਆਂ ਨੂੰ ਉੱਥੇ ਲਿਖ ਕੇ ਲਾ ਦਿੱਤਾ ਗਿਆ ਅਤੇ ਉੱਥੇ ਇੱਕ ਸਮੁੰਦਰ ਦੇ ਵਿੱਚ ਲਾਲ ਟੈਨ ਕਰਕੇ ਰੱਖੀ ਗਈ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਪਤਾ ਲੱਗ ਜਾਵੇ ਇਸ ਰਾਸਤੇ ਦੇ ਉੱਤੇ ਨਹੀਂ ਜਾਣਾ ਹੈ। ਜੇ ਇਸ ਪਾਸੇ ਚਲੇ ਗਏ ਸਾਡਾ ਕੋਈ ਨਾ ਕੋਈ ਨੁਕਸਾਨ ਹੋਵੇਗਾ। ਉਹ ਖਤਰੇ ਦਾ ਚਿੰਨ੍ਹ ਦਿਖਾਉਂਦਾ ਸੀ। ਉਹ ਦੱਸਦਾ ਸੀ ਇੱਥੇ ਖਤਰਾ ਹੈ, ਕਿਉਂਕਿ ਉਹ ਲਾਲ ਬੱਤੀ ਟਿਮਟਮਾਉਂਦੀ ਰਹਿੰਦੀ ਹੈ, ਟਿਮਟਮਾਉਂਦੀ ਰਹਿੰਦੀ ਹੈ। ਔਰ ਕਦੇ ਜੇ ਤੁਸੀਂ ਸਮੁੰਦਰ ਦੇ ਵਿੱਚ ਗਏ ਹੋਵੋਗੇ ਤਾਂ ਉਹ ਲਾਈਟਾਂ ਅਕਸਰ ਸਮੁੰਦਰ ਦੇ ਕਿਨਾਰਿਆਂ ਦੇ ਉੱਤੇ ਲਾਈਆਂ ਹੁੰਦੀਆਂ। ਕਾਹਦੇ ਵਾਸਤੇ ਲਾਈਆਂ ਹੁੰਦੀਆਂ? ਚਟਾਨਾਂ ਦੇ ਕੋਲ ਲਾਈਆਂ ਹੁੰਦੀਆਂ। ਕਾਹਦੇ ਵਾਸਤੇ ਲਾਈਆਂ ਜਾਂਦੀਆਂ? ਕਿ ਜਹਾਜ਼ ਨੂੰ ਪਤਾ ਲੱਗ ਜਾਵੇ, ਜਹਾਜ਼ ਦੇ ਪਾਇਲਟ ਨੂੰ ਪਤਾ ਲੱਗ ਜਾਵੇ ਜੇ ਮੈਂ ਇਸ ਪਾਸੇ ਜਾਊਂਗਾ ਤਾਂ ਇਸ ਦਾ ਨੁਕਸਾਨ ਹੈ। ਇਹਦਾ ਮਤਲਬ ਉਸ ਨੂੰ ਇਸ ਗੱਲ ਦੀ ਸਮਝ ਆ ਜਾਵੇ। ਪਰਮੇਸ਼ਵਰ ਵੀ ਸਾਡੀ ਅਗਵਾਈ ਕਰਨ ਦੇ ਲਈ 3 ਰਾਸਤੇ ਸਾਡੇ ਜੀਵਨ ਦੇ ਵਿੱਚ ਦਿੰਦਾ ਹੈ। ਉਹ ਕਾਨੂੰਨ ਨਾਬਿਕ ਦੇ ਰਾਹੀਂ ਅਤੇ ਨਾਬਿਕ ਨੂੰ ਇਹ ਕਾਨੂੰਨ ਲਾਗੂ ਕਰਨੇ। ਨੰਬਰ 3 ਉਸ ਨੂੰ ਸਿੱਧਾ ਹੋਣਾ ਪਏਗਾ ਕਿ ਮੈਂ ਜੇ ਅੱਗੇ ਗਿਆ ਤਾਂ ਮੇਰਾ ਨੁਕਸਾਨ। ਪਹਿਲੀ ਗੱਲ ਪਰਮੇਸ਼ਰ ਦਾ ਵਚਨ, ਦੂਸਰੀ ਗੱਲ ਪਵਿੱਤਰ ਆਤਮਾ, ਤੀਸਰੀ ਗੱਲ ਪਰਿਸਥਿਤੀਆਂ। ਇਹ 3 ਚੀਜ਼ਾਂ ਜਿਹੜੀਆਂ ਹੈ ਪਰਮੇਸ਼ਰ ਦੀ ਇੱਛਾ ਨੂੰ ਸਮਝਣ ਦੇ ਲਈ। ਪਹਿਲੀ ਗੱਲ ਪਰਮੇਸ਼ਰ ਦਾ ਵਚਨ ਅਸੀਂ ਪੜ੍ਹਨਾ ਹੈ, ਦੂਸਰੀ ਗੱਲ ਪਵਿੱਤਰ ਆਤਮਾ ਤੋਂ ਅਗਵਾਈ ਲੈਣੀ ਹੈ, ਤੀਸਰੀ ਗੱਲ ਪਰਿਸਥਿਤੀਆਂ ਦੇਖਣੀਆਂ ਕੀ ਕਹਿੰਦੀਆਂ। ਪਰਿਸਥਿਤੀਆਂ ਕਹਿੰਦੀਆਂ ਜਾ ਤਾਂ ਜਾਣਾ, ਪਰਿਸਥਿਤੀਆਂ ਕਹਿੰਦੀਆਂ ਨਹੀਂ ਰੁਕ ਜਾ ਤਾਂ ਰੁਕਣਾ, ਪਰਿਸਥਿਤੀਆਂ ਕਹਿੰਦੀਆਂ ਕਰਨਾ ਤਾਂ ਕਰ ਦੇ। ਇਹ 3 ਚੀਜ਼ਾਂ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਇੱਛਾ ਦੇ ਲਈ ਮਦਦ ਕਰਦੀਆਂ ਔਰ ਇਹ ਆਸ਼ਵਾਸਨ ਦਿੰਦੀਆਂ ਹੈ ਕਿ ਜੋ ਨਿਰਦੇਸ਼ਨ ਸਾਡੇ ਸਾਹਮਣੇ ਸਾਨੂੰ ਮਿਲਿਆ ਹੈ ਉਸ ਦੇ ਅਨੁਸਾਰ ਸਾਨੂੰ ਪਰਮੇਸ਼ਰ ਸੁਰੱਖਿਆ ਦਿੰਦਾ ਹੈ। ਜੇ ਅਸੀਂ ਸੁਰੱਖਿਆ ਦੇ ਵਿੱਚ ਜਾਣਾ ਹੈ ਤਾਂ ਮੈਂ ਇਸ ਲਈ ਆਪ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਇਹ ਚੀਜ਼ਾਂ ਬੜੀਆਂ ਮਹਾਨ ਅਤੇ ਇੰਪੋਰਟੈਂਟ ਹੈ। ਪਰਮੇਸ਼ਰ ਦੀ ਇੱਛਾ ਦੇ ਸਮਕਸ਼ ਜਦੋਂ ਮੈਂ ਯੋਹੰਨਾ ਦੀ ਅੰਜੀਲ ਰੋਮੀਆਂ ਦੀ ਪੁਸਤਕ ਉਸ ਦਾ 12 ਅਧਿਆਇ ਉਸ ਦੀ 2 ਆਇਤ ਪੜ੍ਹਦਾ ਹਾਂ ਤਾਂ ਉੱਥੇ ਕੀ ਕਹਿੰਦਾ? ਇਸ ਸੰਸਾਰ ਦੇ ਸਦ੍ਰਿਸ਼ ਨਾ ਬਣੋ, ਇਸ ਸੰਸਾਰ ਦੇ ਸਦ੍ਰਿਸ਼ ਨਾ ਬਣੋ। ਕਿਹਨਾਂ ਨੂੰ ਕਹਿ ਰਿਹਾ? ਵਿਸ਼ਵਾਸੀਆਂ ਨੂੰ ਕਹਿ ਰਿਹਾ ਇਸ ਸੰਸਾਰ ਦੇ ਸਦ੍ਰਿਸ਼ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਤੁਸੀਂ ਸਿਆਣ ਲਵੋ ਭਾਈ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਤਦ ਸਮਝ ਸਕਦੇ ਹਾਂ, ਤਦ ਅਸੀਂ ਜਾਣ ਸਕਦੇ ਹਾਂ ਇਸ ਚੀਜ਼ ਨੂੰ। ਨਹੀਂ ਤਾਂ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਕਦੇ ਨਹੀਂ ਸਮਝ ਸਕਦੇ। ਪਰਮੇਸ਼ਰ ਦੀ ਇੱਛਾ ਨੂੰ ਸਮਝਣ ਦੇ ਲਈ ਪੌਲਸ ਰਸੂਲ ਅਫਸੁਸ ਨੂੰ ਕੀ ਦੱਸਦਾ ਪਿਆ ਹੈ 6 ਅਧਿਆਏ ਜਦੋਂ ਅਸੀਂ ਉਸ ਦੀ 17 ਆਇਤ ਪੜ੍ਹਦੇ ਹਾਂ ਤਾਂ ਇੱਥੇ ਕਹਿੰਦਾ ਹੈ ਅਤੇ ਮੁਕਤੀ ਦੀ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ ਤਾਂ ਤੁਹਾਨੂੰ ਸਮਝ ਆ ਜਾਏਗਾ ਪਰਮੇਸ਼ਰ ਦੀ ਇੱਛਾ ਕੀ ਹੈ। ਬਾਲੇ ਲੋਕ ਕੀ ਕਰਦੇ ਆ? ਜੋ ਮਨ ਦੇ ਵਿੱਚ ਕਹਿੰਦਾ, ਜੋ ਮਨ ਕਹਿੰਦਾ ਕਰ ਦਿਓ,
ਵਿਸ਼ਵਾਸੀ ਦੇ ਲਈ ਪਰਮੇਸ਼ਰ ਦਾ ਵਚਨ ਹੈ। ਪਰਮੇਸ਼ਰ ਦਾ ਵਚਨ ਉਹਦੀ ਅਗਵਾਈ ਕਰਦਾ ਹੈ, ਉਹਦੀ ਮਦਦ ਕਰਦਾ ਹੈ। ਜਦੋਂ ਮੈਂ ਸੇਵਾ ਦੇ ਵਿੱਚ ਨਿਕਲਣਾ ਸੀ ਤਾਂ ਮੈਨੂੰ ਭਾਈਆਂ ਨੇ ਕਿਹਾ ਪਰਮੇਸ਼ਰ ਦੇ ਵਚਨ ਤੋਂ ਪੁੱਛ। ਮੈਂ ਪਰਮੇਸ਼ਰ ਦੇ ਵਚਨ ਕੋਲ ਬੈਠਾ 3 ਦਿਨ ਲਗਾਤਾਰ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਕਰਨ ਤੋਂ ਬਾਅਦ ਪਰਮੇਸ਼ਰ ਨੇ ਮੈਨੂੰ ਦੱਸ ਦਿੱਤਾ ਕਿ ਤੈਨੂੰ ਮੈਂ ਸੇਵਾ ਦੇ ਲਈ ਚੁਣ ਲਿਆ ਹੈ, ਵੱਖਰਾ ਕਰ ਲਿਆ ਹੈ। ਔਰ ਜਦੋਂ ਮੈਂ ਮਾਲਪੁਰ ਦੇ ਵਿੱਚ ਆਉਣਾ ਸਾਂ, ਇਸ ਜਗ੍ਹਾ ਦੇ ਉੱਤੇ ਸੇਵਾ ਦੇ ਲਈ ਆਉਣਾ ਸੀ, ਤਦ ਵੀ ਮੈਂ ਲਗਾਤਾਰ ਕਲੀਸਿਆ ਦੇ ਨਾਲ 1 ਸਾਲ ਸੇਵਾ ਕਰਦਿਆਂ ਪ੍ਰਭੂ ਤੋਂ ਬਾਰ-ਬਾਰ ਪੁੱਛਦਾ ਰਿਹਾ, ਮੈਂ ਕਿੱਥੇ ਪ੍ਰਭੂ ਦੀ ਸੇਵਾ ਲਈ ਜਾਵਾਂ। ਮੈਂ ਪਟਿਆਲੇ ਦੇ ਵਿੱਚ ਗਿਆ, ਮੈਂ ਨਵੇਂ ਸ਼ਹਿਰ ਦੇ ਵਿੱਚ ਗਿਆ, ਮੈਂ ਹੁਸ਼ਿਆਰਪੁਰ ਦੇ ਵਿੱਚ ਗਿਆ। ਮੈਨੂੰ ਪਤਾ ਨਹੀਂ ਸੀ ਕਿ ਪਰਮੇਸ਼ਰ ਮੈਨੂੰ ਇਸ ਜਗ੍ਹਾ ਦੇ ਉੱਤੇ ਆਪਣੀ ਸੇਵਾ ਦੇ ਲਈ ਲੈ ਕੇ ਆਵੇਗਾ। ਪਰਮੇਸ਼ਵਰ ਆਪਣੇ ਵਚਨ ਦੇ ਰਾਹੀਂ ਅਗਵਾਈ ਕਰਦਾ, ਹਾਂ ਮੈਂ ਤੈਨੂੰ ਇੱਥੇ ਠਹਿਰਾ ਦਿੱਤਾ। ਔਰ ਇਹ ਵਚਨ ਮੈਨੂੰ ਕੁਰਾਂਥ ਦੇ ਵਿੱਚੋਂ ਮਿਲਿਆ ਸੀ ਕਿ ਇਹ ਜਗ੍ਹਾ ਮੈਂ ਤੈਨੂੰ ਦੇ ਦਿੱਤੀ ਹੈ, ਤੂੰ ਇਸ ਜਗ੍ਹਾ ਦੇ ਉੱਤੇ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰ। ਔਰ ਪਰਮੇਸ਼ਰ ਨੇ ਮੇਰੇ ਲਈ ਉਹ ਜਗ੍ਹਾ ਬਣਾਈ। ਫਿਰ ਇਸ ਜਗ੍ਹਾ ਦੇ ਉੱਤੇ ਆ ਕੇ ਮੈਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ, ਮੈਨੂੰ ਦੱਸ ਮੈਂ ਕਿੱਦਾਂ ਪ੍ਰਚਾਰ ਕਰਾਂ। ਤਾਂ ਪਰਮੇਸ਼ਰ ਨੇ ਮੈਨੂੰ ਰਾਤ ਨੂੰ ਜਦੋਂ ਮੈਂ ਬੈਠਾ ਸੀ, ਮੈਨੂੰ ਇੱਕ ਨਕਸ਼ਾ ਦਿਖਾਇਆ। ਔਰ ਜਦੋਂ ਉਹ ਨਕਸ਼ਾ ਦਿਖਾਇਆ, ਫਿਰ ਮੈਨੂੰ ਪਰਮੇਸ਼ਰ ਨੇ ਦੱਸਿਆ ਕਿ ਆਪਣੇ ਆਲੇ ਦੁਆਲੇ ਦੇ ਸਰਾਊਂਡਿੰਗ ਪਿੰਡਾਂ ਦਾ ਸਰਵੇ ਕਰਕੇ ਉਹਦਾ ਇੱਕ ਮੈਪ ਬਣਾ, ਉਸ ਦੇ ਅਨੁਸਾਰ ਇੱਕ ਸਿਰੇ ਤੋਂ ਪ੍ਰਚਾਰ ਕਰਨਾ ਸ਼ੁਰੂ ਕਰ। ਤਰੀਕਾ ਪਰਮੇਸ਼ਰ ਦੀ ਇੱਛਾ ਨੂੰ ਮੇਰੇ ਜੀਵਨ ਦੇ ਵਿੱਚ ਕੀ ਹੈ, ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਪ੍ਰਯੋਜਨ ਕੀ ਹੈ। ਪਰਮੇਸ਼ਰ ਦਾ ਪ੍ਰਯੋਜਨ ਤਾਂ ਪਹਿਲਾਂ ਇਹੀ ਹੈ ਕਿ ਮਨੁੱਖ ਜਾਤੀ ਦੇ ਵਿੱਚ ਜਾ ਕੇ ਤੁਸੀਂ ਉਸ ਦੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਇਹ ਸਮਾਂ ਆਪ ਦੇ ਕੋਲ ਬੜਾ ਨਿਯੁਕਤ ਹੈ। ਕੋਈ ਆਪ ਦਾ ਵਿਰੋਧ ਨਹੀਂ ਕਰੇਗਾ, ਕੋਈ ਆਪ ਨੂੰ ਆਪਣਾ ਕੁਝ ਕਹੇਗਾ ਨਹੀਂ। ਜਾਓ ਜਾ ਕੇ ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਦੁਸ਼ਮਣਾਂ ਨੂੰ ਵੀ ਤੁਸੀਂ ਇਹ ਪ੍ਰਚਾਰ ਕਰੋ, ਕਿਉਂਕਿ ਇਹ ਪਰਮੇਸ਼ਰ ਦੀ ਇੱਛਾ ਹੈ ਕਿ ਉਹ ਬਚਾਏ ਜਾਣ। ਪਰਮੇਸ਼ਰ ਨਹੀਂ ਚਾਹੁੰਦਾ ਕੋਈ ਨਾਸ਼ ਹੋਵੇ। ਇਸ ਲਈ ਪਰਮੇਸ਼ਰ ਦਾ ਵਚਨ ਇਹ ਹੈ ਜੋ ਮੈਨੂੰ ਅੱਜ ਮਿਲਿਆ ਹੈ ਕਿ ਭਾਈ ਪ੍ਰਭੂ ਦੀ ਇੱਛਾ ਕੀ ਹੈ ਜਾਣ। ਮੈਂ ਤਾਂ ਪ੍ਰਭੂ ਦੀ ਇੱਛਾ ਨੂੰ ਜਾਣਿਆ ਹੈ, ਕਿ ਤੁਸੀਂ ਜਾਣ ਲਿਆ ਹੈ। ਜੇ ਨਹੀਂ ਜਾਣਿਆ ਤਾਂ ਪਰਮੇਸ਼ਰ ਦੇ ਵਚਨ ਕੋਲ ਜਾਓ ਅਤੇ ਪ੍ਰਾਰਥਨਾ ਕਰੋ ਅਤੇ ਪੁੱਛੋ, ਪ੍ਰਭੂ ਤੇਰੀ ਮੇਰੇ ਜੀਵਨ ਦੇ ਵਿੱਚ ਇੱਛਾ ਕੀ ਹੈ। ਪ੍ਰਭੂ ਤੁਹਾਨੂੰ ਜ਼ਰੂਰ ਮਾਰਗਦਰਸ਼ਨ ਦੇਗਾ। ਪ੍ਰਭੂ ਆਪਣੇ ਇਸ ਵਚਨ ਦੇ ਨਾਲ ਆਪ ਨੂੰ ਉਸ ਦੀ ਇੱਛਾ ਜਾਣਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।